Attention Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 180ਵੇਂ ਅੰਗ ਦੀ ਬਾਣੀ ਦੀ ਵਿਆਖਿਆ ਕਰਦੇ ਹਾਂ ਜੀ। ਗੌੜੀ ਗੁਆਰਰੀ ਮਹਿਲਾ ਪੰਜਵਾਂ। ਪ੍ਰਾਣੀ ਜਾਣੈ ਇਹ ਤਨ ਮੇਰਾ, ਬਹੁਰ ਬਹੁਰ ਉਆਹੂ ਲਪਟੇਰਾ। ਪੁੱਤਰ ਕਲੱਤਰ ਗ੍ਰਸਤ ਕਾ ਫਾਸਾ, ਹੋਨ ਨਾ ਪਾਈਐ ਰਾਮ ਕੇ ਦਾਸਾ। ਸ੍ਰੀ ਗੁਰੂ ਅਰਜਨ ਦੇਵ ਜੀ ਆਖਦੇ ਹਨ ਕਿ ਇਹ ਜੋ ਪ੍ਰਾਣੀ ਹੈ, ਜੋ ਮਨੁੱਖ ਹੈ, ਆਪਣੇ ਤਨ ਨੂੰ ਮੇਰਾ ਕਰਕੇ ਜਾਣਦਾ ਹੈ। ਪ੍ਰਾਣੀ ਜਾਣੈ ਇਹ ਤਨ ਮੇਰਾ, ਇਹਨੂੰ ਲੱਗਦਾ ਹੈ ਕਿ ਇਹ ਜੋ ਤਨ ਹੈ ਇਹਦਾ ਆਪ ਦਾ ਹੈ। ਪਿਛਲੇ ਅੰਗ ਦੀ ਬਾਣੀ ਦੇ ਵਿੱਚ ਹੀ ਅਸੀਂ ਦੋ ਉਦਾਹਰਨਾਂ ਪੜ੍ਹੀਆਂ ਸਨ, ਜਿਨ੍ਹਾਂ ਦਾ ਅਸੀਂ ਸਿੱਟਾ ਕੱਢਿਆ ਸੀ ਕਿ ਇਹ ਜੋ ਮਨੁੱਖੀ ਸਰੀਰ ਹੈ ਇਹ ਖੇਤ ਰੂਪੀ ਪਰਮਾਤਮਾ ਨੇ ਸਾਨੂੰ ਬਖਸ਼ਿਆ ਹੋਇਆ ਹੈ ਤੇ ਅਸੀਂ ਇਸ ਖੇਤ ਦੇ ਰਾਖੇ ਹਾਂ, ਮਾਲਕ ਨਹੀਂ ਹਾਂ। ਸੋ ਉਸੇ ਹੀ ਵਿਚਾਰ ਨੂੰ ਅੱਗੇ ਵਧਾਉਂਦੇ ਹੋਏ ਇਹ ਪੰਕਤੀ ਲਿਖੀ ਹੈ ਕਿ ਪ੍ਰਾਣੀ ਜਾਣੈ ਇਹ ਤਨ ਮੇਰਾ, ਕਿ ਆਪਣੇ ਆਪ ਨੂੰ ਰਾਖਾ ਨਾ ਸਮਝ ਕੇ ਮਨੁੱਖ ਆਪਣੇ ਆਪ ਨੂੰ ਆਪਣੇ ਇਸ ਸਰੀਰ ਦਾ ਮਾਲਕ ਸਮਝਦਾ ਹੈ। ਬਹੁਰ ਬਹੁਰ ਭਾਵ ਕਿ ਬਾਰ-ਬਾਰ। ਉਆਹੂ ਲਪਟੇਰਾ, ਉਆਹੂ ਤੋਂ ਭਾਵ ਕਿ ਉਸੇ ਦੇ ਨਾਲ ਹੀ, ਕਿ ਬਾਰ-ਬਾਰ ਉਸੇ ਤਨ ਦੇ ਨਾਲ ਹੀ ਲਿਪਟਦਾ ਰਹਿੰਦਾ ਹੈ। ਜਦੋਂ ਤੱਕ ਪੁੱਤਰ ਕਲੱਤਰ ਤੇ ਗ੍ਰਸਤ, ਪੁੱਤਰ ਇਸਤਰੀ ਤੇ ਗ੍ਰਹਿ ਦਾ, ਘਰ-ਬਾਰ ਦਾ ਜੋ ਫਾਹਾ ਹੈ ਮਨੁੱਖ ਦੇ ਗਲੇ ਦੇ ਵਿੱਚ ਪਿਆ ਹੋਇਆ ਹੈ, ਉਹਨਾਂ ਦੇ ਮੋਹ ਦਾ ਫਾਹਾ ਜੋ ਮਨੁੱਖ ਦੇ ਗਲੇ ਦੇ ਵਿੱਚ ਪਿਆ ਹੋਇਆ ਹੈ, ਹੋਣ ਨਾ ਪਾਈਐ ਰਾਮ ਕੇ ਦਾਸਾ, ਉਦੋਂ ਤੱਕ ਉਹ ਮਨੁੱਖ ਰਾਮ ਦਾ ਦਾਸ ਨਹੀਂ ਬਣ ਸਕਦਾ। ਜਦ ਤੱਕ ਪੁੱਤਰ ਇਸਤਰੀ ਦੇ ਮੋਹ ਦੇ ਵਿੱਚ ਫਸਿਆ ਹੋਇਆ ਹੈ, ਉਦੋਂ ਤੱਕ ਪਰਮਾਤਮਾ ਦੇ ਪਿਆਰ ਦੇ ਵਿੱਚ ਨਹੀਂ ਪੈ ਸਕਦਾ। ਕਵਨ ਸੋ ਬਿਧ ਜਿਤ ਰਾਮ ਗੁਣ ਗਾਏ, ਕਵਨ ਸੋ ਮਤ ਜਿਤ ਤਰੈ ਇਹ ਮਾਏ ਰਹਾਉ। ਕਹਿੰਦੇ ਉਹ ਕਿਹੜੀ ਵਿਧੀ ਹੈ ਜਿਸ ਨਾਲ ਕਿ ਉਸ ਰਾਮ, ਉਸ ਪਰਮਾਤਮਾ ਦੇ ਗੁਣ ਗਾਏ ਜਾ ਸਕਦੇ ਹੋਣ। ਉਹ ਕਿਹੜੀ ਸਿੱਖਿਆ ਹੈ, ਕਿਹੜੀ ਮੱਤ ਹੈ ਜਿਹਦੇ ਉੱਤੇ ਚੱਲ ਕੇ ਮਾਇਆ ਦੇ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੋਵੇ, ਮਾਇਆ ਦੇ ਸਮੁੰਦਰ ਨੂੰ ਤਰਿਆ ਜਾ ਸਕਦਾ ਹੋਵੇ। ਜੋ ਭਲਾਈ ਸੋ ਬੁਰਾ ਜਾਣੈ, ਸੱਚ ਕਹੈ ਸੋ ਬਿਖੈ ਸਮਾਨੈ। ਜਾਣੈ ਨਾਹੀ ਜੀਤ ਅਰਹਾਰ, ਇਹੋ ਵਲੇਵਾ ਸਾਕਤ ਸੰਸਾਰ। ਸਾਕਤ ਤੋਂ ਭਾਵ ਰੱਬ ਨਾਲੋਂ ਟੁੱਟਿਆ ਹੋਇਆ, ਤੇ ਵਲੇਵਾ ਤੋਂ ਭਾਵ ਵਿਹਾਰ। ਰੱਬ ਨਾਲੋਂ ਟੁੱਟੇ ਹੋਏ ਇਸ ਸੰਸਾਰ ਦਾ ਇਹੀ ਵਿਹਾਰ ਹੈ। ਇਹੋ ਵਲੇਵਾ ਸਾਕਤ ਸੰਸਾਰ। ਕਿਹੜਾ ਵਿਹਾਰ ਹੈ? ਜੋ ਭਲਾਈ ਸੋ ਬੁਰਾ ਜਾਣੈ, ਕਿ ਜੋ ਇਹਨੂੰ ਭਲਾਈ ਦਾ ਕੰਮ ਦੱਸੋ ਤੇ ਇਹ ਉਸ ਨੂੰ ਭੈੜਾ ਸਮਝਦਾ ਹੈ। ਸੱਚ ਕਹੈ ਸੋ ਬਿਖੈ ਸਮਾਨੈ, ਜੇ ਇਹਨੂੰ ਕੋਈ ਸੱਚ ਦੱਸੋ ਤਾਂ ਸੱਚ ਇਸ ਨੂੰ ਜ਼ਹਿਰ ਸਮਾਨ ਲੱਗਦਾ ਹੈ। ਜਾਣੈ ਨਾਹੀ ਜੀਤ ਅਰ ਹਾਰ, ਜ਼ਿੰਦਗੀ ਦੇ ਵਿੱਚ ਕਿਹੜੇ ਕੰਮ ਜਿੱਤ ਵੱਲ ਨੂੰ ਲੈ ਕੇ ਜਾਂਦੇ ਨੇ ਤੇ ਕਿਹੜੇ ਹਾਰ ਵੱਲ ਨੂੰ ਲੈ ਕੇ ਜਾਂਦੇ ਨੇ, ਇਸ ਗੱਲ ਦਾ ਇਸ ਸੰਸਾਰ ਦੇ ਜੀਵਾਂ ਨੂੰ ਇਲਮ ਨਹੀਂ ਹੈ। ਜੋ ਹਲਾਹਲ ਸੋ ਪੀਵੈ ਬੌਰਾ, ਹਲਾਹਲ ਤੋਂ ਭਾਵ ਜ਼ਹਿਰ ਤੇ ਬੌਰਾ ਤੋਂ ਭਾਵ ਕਮਲਾ, ਪਾਗਲ। ਕਿ ਇਹ ਜੋ ਪਾਗਲ ਮਨੁੱਖ ਹੈ, ਜਿਹੜੀ ਜ਼ਹਿਰ ਹੈ ਉਹਨੂੰ ਖੁਸ਼ੀ ਨਾਲ ਪੀਂਦਾ ਹੈ, ਤੇ ਅੰਮ੍ਰਿਤ ਨਾਮ ਜਾਣੈ ਕਰ ਕੌਰਾ, ਤੇ ਜੋ ਪ੍ਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਹੈ ਉਹਨੂੰ ਕੌੜਾ ਸਮਝਦਾ ਹੈ। ਸਾਧ ਸੰਗ ਕੈ ਨਾਹੀ ਨੇਰ, ਲੱਖ 84 ਭਰਮਤਾ ਫੇਰ। ਸਾਧ ਸੰਗਤ ਦੇ ਇਹ ਮਨੁੱਖ ਨੇੜੇ ਵੀ ਨਹੀਂ ਢੁਕਦਾ, ਤੇ ਇਸੇ ਲਈ 84 ਲੱਖ ਜੂਨਾਂ ਦੇ ਭਰਮ ਦੇ ਵਿੱਚ ਪਿਆ ਰਹਿੰਦਾ ਹੈ, ਗੇੜ ਦੇ ਵਿੱਚ ਭਟਕਦਾ ਫਿਰਦਾ ਰਹਿੰਦਾ ਹੈ। ਇੱਕ ਹੈ ਜਾਲ ਫਹਾਏ ਪੰਖੀ, ਇਹ ਜੋ ਮਨੁੱਖ ਰੂਪੀ ਪੰਛੀ ਹੈ, ਇਹ ਸਾਰੇ ਹੀ ਇੱਕ ਮਾਇਆ ਦੇ ਜਾਲ ਦੇ ਵਿੱਚ ਫਸੇ ਹੋਏ ਨੇ, ਜਾਂ ਉਸ ਪਰਮਾਤਮਾ ਨੇ ਫਸਾਏ ਹੋਏ ਨੇ। ਰਸ ਰਸ ਭੋਗ ਕਰੈ ਬਹੁ ਰੰਗੀ, ਵੱਖ-ਵੱਖ ਪ੍ਰਕਾਰ ਦੇ ਰਸਾਂ ਦਾ ਸਵਾਦ ਲੈ ਕੇ ਅਨੇਕਾਂ ਰੰਗਾਂ ਦੇ ਭੋਗ ਇਹ ਭੋਗਦਾ ਰਹਿੰਦਾ ਹੈ।
ਰਸਾਂ ਦੇ, ਰੰਗਾਂ ਦੇ ਆਨੰਦ ਦੇ ਵਿੱਚ ਹੀ ਫਸਿਆ ਰਹਿੰਦਾ ਹੈ, ਜਿਹੜੇ ਕਿ ਅਸਥਾਈ ਆਨੰਦ ਹੁੰਦੇ ਨੇ। ਕਹੋ ਨਾਨਕ ਜਿਸ ਭਏ ਕਿਰਪਾਲ, ਹੇ ਨਾਨਕ ਇਹ ਆਖ ਕਿ ਜਿਹੜੇ ਮਨੁੱਖ ਦੇ ਉੱਤੇ ਉਹ ਪਰਮਾਤਮਾ ਕਿਰਪਾਲ ਹੁੰਦਾ ਹੈ, ਦਇਆਵਾਨ ਹੁੰਦਾ ਹੈ, ਗੁਰ ਪੂਰਾ ਤਾਕੇ ਕਾਟੇ ਜਾਲ, ਪੂਰਾ ਗੁਰੂ ਉਸ ਮਨੁੱਖ ਦੇ ਮਾਇਆ ਮੋਹ ਦੇ ਜਾਲ ਕੱਟ ਦਿੰਦਾ ਹੈ। ਗੌੜੀ ਗੁਆਰਰੀ ਮਹਿਲਾ ਪੰਜਵਾਂ। ਤਉ ਕਿਰਪਾ ਤੇ ਮਾਰਗ ਪਾਈਐ, ਪ੍ਰਭ ਕਿਰਪਾ ਤੇ ਨਾਮ ਧਿਆਈਐ, ਪ੍ਰਭ ਕਿਰਪਾ ਤੇ ਬੰਧਨ ਛੂਟੈ, ਤਉ ਕਿਰਪਾ ਤੇ ਹਉਮੈ ਟੂਟੈ। ਹੇ ਪ੍ਰਮਾਤਮਾ, ਤੇਰੀ ਹੀ ਕਿਰਪਾ ਦੇ ਨਾਲ ਜੀਵਨ ਦਾ ਸਹੀ ਰਸਤਾ ਲੱਭਿਆ ਜਾ ਸਕਦਾ ਹੈ। ਤੇਰੀ ਹੀ ਕਿਰਪਾ ਦੇ ਨਾਲ ਤੇਰਾ ਨਾਮ ਧਿਆਇਆ ਜਾ ਸਕਦਾ ਹੈ। ਤੇਰੀ ਹੀ ਕਿਰਪਾ ਦੇ ਨਾਲ ਮਾਇਆ ਦੇ ਬੰਧਨ ਛੁੱਟ ਜਾਂਦੇ ਨੇ, ਕੱਟੇ ਜਾਂਦੇ ਨੇ, ਤੇ ਤੇਰੀ ਹੀ ਕਿਰਪਾ ਦੇ ਨਾਲ ਹਉਮੈ ਵੀ ਤੋੜੀ ਜਾ ਸਕਦੀ ਹੈ। ਤੁਮ ਲਾਵੋ ਤਉ ਲਾਗੈ ਸੇਵ, ਹਮ ਤੇ ਕਛੂ ਨਾ ਹੋਵੈ ਦੇਵ। ਰਹਾਉ। ਹੇ ਦੇਵ, ਹੇ ਪਰਮਾਤਮਾ, ਜੇ ਤੂੰ ਮੈਨੂੰ ਸੇਵਾ ਦੇ ਵਿੱਚ ਲਾਵੇਂ ਤਾਂ ਹੀ ਮੈਂ ਉਸ ਸੇਵਾ ਦੇ ਵਿੱਚ ਲੱਗ ਸਕਦਾ ਹਾਂ। ਅਸੀਂ ਆਪਣੇ ਆਪ ਤੋਂ ਕੁਝ ਵੀ ਨਹੀਂ ਕਰ ਸਕਦੇ, ਕੁਝ ਵੀ ਕਰਨ ਦੇ ਯੋਗ ਨਹੀਂ ਹਾਂ। ਹਮ ਤੇ ਕਛੂ ਨਾ ਹੋਵੈ ਦੇਵ, ਵੀ ਸਾਡੇ ਤੋਂ ਕੁਝ ਵੀ ਨਹੀਂ ਹੋ ਸਕਦਾ ਜੇ ਤੇਰੀ ਕਿਰਪਾ ਸਾਡੇ ਉੱਪਰ ਨਾ ਹੋਵੇ। ਜਿਹੜੀ ਸੇਵਾ ਦੇ ਵਿੱਚ ਪਰਮਾਤਮਾ ਤੂੰ ਸਾਨੂੰ ਲਾਉਂਦਾ ਹੈ, ਅਸੀਂ ਉਸੇ ਹੀ ਸੇਵਾ ਦੇ ਵਿੱਚ ਲੱਗ ਜਾਂਦੇ ਹਾਂ। ਤੁਧ ਭਾਵੈ ਤਾਂ ਗਾਵਾਂ ਬਾਣੀ, ਤੁਧ ਭਾਵੈ ਤਾਂ ਸੱਚ ਵਖਾਣੀ, ਤੁਧ ਭਾਵੈ ਤਾਂ ਸਤਿਗੁਰ ਮਇਆ, ਸਰਬ ਸੁਖਾ ਪ੍ਰਭ ਤੇਰੀ ਦਇਆ। ਹੇ ਪ੍ਰਮਾਤਮਾ, ਜੇ ਤੈਨੂੰ ਚੰਗਾ ਲੱਗੇ ਤਾਂ ਹੀ ਮੈਂ ਤੇਰੀ ਬਾਣੀ ਗਾ ਸਕਦਾ ਹਾਂ, ਤੇਰੀ ਸਿਫਤ ਸਲਾਹ ਕਰ ਸਕਦਾ ਹਾਂ। ਜੇ ਤੈਨੂੰ ਚੰਗਾ ਲੱਗੇ ਤਾਂ ਹੀ ਮੈਂ ਤੇਰੇ ਸੱਚ ਦਾ ਵਖਾਣ ਕਰ ਸਕਦਾ ਹਾਂ, ਤੇਰੀ ਪ੍ਰਸ਼ੰਸਾ ਕਰ ਸਕਦਾ ਹਾਂ, ਤੇਰਾ ਨਾਮ ਉਚਾਰ ਸਕਦਾ ਹਾਂ। ਤੁਧ ਭਾਵੇ ਤਾਂ ਸਤਿਗੁਰ ਮਇਆ, ਜੇ ਤੈਨੂੰ ਚੰਗਾ ਲੱਗੇ ਤਾਂ ਜੀਵਾਂ ਦੇ ਉੱਪਰ ਸੱਚੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਸਰਬ ਸੁਖਾ ਪ੍ਰਭ ਤੇਰੀ ਦਇਆ। ਹੇ ਪ੍ਰਮਾਤਮਾ, ਮੇਰੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਸੁੱਖ ਹਨ ਉਹ ਤੇਰੀ ਹੀ ਕਿਰਪਾ ਦੇ ਨਾਲ ਮੌਜੂਦ ਹਨ। ਤੇਰੀ ਹੀ ਮਿਹਰ ਹੈ ਜੋ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਸੁੱਖ ਹੈ। ਤਾਂ ਜੋ ਤੁਧ ਭਾਵੈ ਸੋ ਨਿਰਮਲ ਕਰਮ, ਜਿਹੜਾ ਕੰਮ ਤੈਨੂੰ ਚੰਗਾ ਲੱਗੇ ਉਹੀ ਪਵਿੱਤਰ ਕਰਮ ਹੈ, ਉਹੀ ਨਿਰਮਲ ਕਰਮ ਹੈ। ਜੋ ਤੁਧ ਭਾਵੈ ਸੋ ਸੱਚ ਧਰਮ, ਤੇ ਜਿਹੜਾ ਤੈਨੂੰ ਚੰਗਾ ਲੱਗੇ ਜੀਵਨ ਨੂੰ ਜਿਉਣ ਦਾ ਉਹੀ ਤਰੀਕਾ ਸੱਚਾ ਹੈ, ਉਹੀ ਤਰੀਕਾ ਸਹੀ ਹੈ। ਜਿਹੜੀ ਮਰਿਆਦਾ ਤੂੰ ਉਪਜਦਾ ਹੈ ਉਹੀ ਮੇਰੇ ਜੀਵਨ ਦੀ ਅਟੱਲ ਮਰਿਆਦਾ ਬਣ ਜਾਵੇ। ਸਰਬ ਨਿਧਾਨ ਗੁਣ ਤੁਮ ਹੀ ਪਾਸ, ਸਾਰੇ ਹੀ ਖਜ਼ਾਨੇ ਤੇ ਗੁਣ ਤੇਰੇ ਪਾਸ ਨੇ, ਤੇਰੇ ਕੋਲ ਨੇ। ਤੂੰ ਸਾਹਿਬ ਸੇਵਕ ਅਰਦਾਸ, ਤੂੰ ਮੇਰਾ ਮਾਲਕ ਹੈ, ਮੈਂ ਤੇਰਾ ਸੇਵਕ ਹਾਂ। ਇਸ ਲਈ ਮੈਂ ਸੇਵਕ ਦੇ ਤੌਰ ਤੇ ਤੇਰੇ ਅੱਗੇ ਅਰਦਾਸ ਕਰਦਾ ਹਾਂ ਕਿ ਮੇਰੇ ਤੇ ਮਿਹਰ ਕਰ, ਮੈਨੂੰ ਜੀਵਨ ਦੀ ਸਹੀ ਮਰਿਆਦਾ ਸਮਝਾ, ਜੀਵਨ ਦਾ ਸਹੀ ਮਾਰਗ ਦਿਖਾ। ਮਨ ਤਨ ਨਿਰਮਲ ਹੋਏ ਹਰ ਰੰਗ, ਸਰਬ ਸੁਖਾ ਪਾਵੋ ਸਤ ਸੰਗ। ਜਦੋਂ ਮਨੁੱਖ ਆਪਣੇ ਮਨ ਨੂੰ ਪਰਮਾਤਮਾ ਦੇ ਨਾਮ ਦੇ ਵਿੱਚ ਰੰਗ ਲੈਂਦਾ ਹੈ ਤਾਂ ਉਹਦਾ ਮਨ ਅਤੇ ਤਨ ਦੋਨੋਂ ਹੀ ਨਿਰਮਲ ਹੋ ਜਾਂਦੇ ਨੇ, ਪਵਿੱਤਰ ਹੋ ਜਾਂਦੇ ਨੇ। ਤੇ ਜਦੋਂ ਅਸੀਂ ਸਾਧ ਸੰਗਤ ਦੇ ਵਿੱਚ ਬੈਠ ਕੇ ਉਸ ਪਰਮਾਤਮਾ ਦੇ ਨਾਮ ਦੀ ਵਿਚਾਰ ਕਰਦੇ ਹਾਂ ਤਾਂ ਅਸੀਂ ਸਾਰੇ ਹੀ ਸੁੱਖ ਪ੍ਰਾਪਤ ਕਰ ਲੈਂਦੇ ਹਾਂ। ਜਦੋਂ ਅਸੀਂ ਸਾਧ ਸੰਗਤ ਦੇ ਵਿੱਚ ਜੁੜੇ ਹੁੰਦੇ ਹਾਂ ਤਾਂ ਉੱਥੇ ਦਾ ਜੋ ਮਾਹੌਲ ਹੁੰਦਾ ਹੈ ਬੜਾ ਆਨੰਦਮਈ ਹੁੰਦਾ ਹੈ। ਅਸੀਂ ਕੁਝ ਪਲਾਂ ਦੇ ਲਈ ਆਪਣੀ ਜ਼ਿੰਦਗੀ ਦੀ ਭੱਜ ਦੌੜ ਦੀਆਂ ਸਾਰੀਆਂ ਟੈਨਸ਼ਨਾਂ ਭੁੱਲ ਜਾਂਦੇ ਹਾਂ ਤੇ ਅਸਲੀ ਆਨੰਦ ਕੀ ਹੁੰਦਾ ਹੈ ਉਹਦਾ ਅਨੁਭਵ ਕਰਦੇ ਹਾਂ। ਨਾਮ ਤੇਰਾ ਰਹਿ ਮਨ ਰਾਤਾ, ਇਹੋ ਕਲਿਆਣ ਨਾਨਕ ਕਰ ਜਾਤਾ। ਹੇ ਨਾਨਕ, ਇਹ ਆਖ ਕਿ ਪ੍ਰਮਾਤਮਾ, ਜਿਹੜੇ ਮਨੁੱਖ ਦਾ ਮਨ ਤੇਰੇ ਨਾਮ ਦੇ ਵਿੱਚ ਰੰਗਿਆ ਜਾਂਦਾ ਹੈ ਉਹ ਇਸੇ ਨੂੰ ਹੀ ਸ੍ਰੇਸ਼ਟ ਆਨੰਦ ਕਰਕੇ ਸਮਝਦਾ ਹੈ। ਜਿਨ੍ਹਾਂ ਪ੍ਰਮਾਤਮਾ ਦੇ ਨਾਮ ਦੇ ਵਿੱਚ ਜੁੜ ਕੇ ਉਹ ਸਥਾਈ ਆਨੰਦ ਅਨੁਭਵ ਕਰ ਲਿਆ, ਉਹ ਅਸੀਮ ਆਨੰਦ ਅਨੁਭਵ ਕਰ ਲਿਆ,
ਜ਼ਿੰਦਗੀ ਦੇ ਦੂਜੇ ਸਾਰੇ ਰੰਗ ਉਹਨੂੰ ਫਿੱਕੇ ਲੱਗਣ ਲੱਗ ਜਾਂਦੇ ਨੇ। ਤੇ ਇਹੀ ਕਾਰਨ ਹੈ ਕਿ ਪਰਮਾਤਮਾ ਦੇ ਨਾਮ ਨਾਲ ਜਿੰਨਾ ਅਸੀਂ ਜੁੜਦੇ ਜਾਂਦੇ ਹਾਂ, ਸੰਸਾਰਕ ਮੋਹ ਤੋਂ, ਮਾਇਆ ਤੋਂ ਅਸੀਂ ਓਨਾ ਹੀ ਟੁੱਟਦੇ ਜਾਂਦੇ ਹਾਂ, ਕਿਉਂਕਿ ਉਹਨਾਂ ਚੀਜ਼ਾਂ ਦੇ ਵਿੱਚ ਸਾਨੂੰ ਉਹ ਆਨੰਦ ਪ੍ਰਾਪਤ ਨਹੀਂ ਹੁੰਦਾ ਜਿਹੜਾ ਕਿ ਪਰਮਾਤਮਾ ਦੀ ਭਗਤੀ ਦੇ ਵਿੱਚ ਜੁੜ ਕੇ ਪ੍ਰਾਪਤ ਹੁੰਦਾ ਹੈ। ਇਹ ਸਮਝ ਲਓ ਕਿ ਜੋ ਸੰਸਾਰ ਦੇ ਮੋਹ ਦੇ ਵਿੱਚ ਅਸੀਂ ਜਿੰਨਾ ਚਿਰ ਪਏ ਹਾਂ ਤਾਂ ਅਸੀਂ ਇੱਕ ਝੁੱਗੀ ਦੇ ਵਿੱਚ ਰਹਿ ਰਹੇ ਹਾਂ, ਤੇ ਜਦੋਂ ਪਰਮਾਤਮਾ ਦੇ ਨਾਮ ਦੇ ਨਾਲ ਜੁੜਦੇ ਹਾਂ ਤਾਂ ਸਾਨੂੰ ਮਹਿਲਾਂ ਵਰਗਾ ਆਨੰਦ ਮਿਲਦਾ ਹੈ। ਤੇ ਜਿਹੜਾ ਮਨੁੱਖ ਇੱਕ ਵਾਰੀ ਮਹਿਲਾਂ ਦੇ ਵਿੱਚ ਰਹਿ ਲਵੇ ਤਾਂ ਉਹਨੂੰ ਬਾਅਦ ਦੇ ਵਿੱਚ ਝੁੱਗੀ ਦੇ ਵਿੱਚ ਉਹ ਆਨੰਦ ਪ੍ਰਾਪਤ ਨਹੀਂ ਹੁੰਦਾ। ਸੋ ਇਸੇ ਤਰ੍ਹਾਂ ਹੀ ਜਿਹੜੇ ਮਨੁੱਖ ਨੇ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਉਹ ਅਪਾਰ ਆਨੰਦ ਹਾਸਲ ਕਰ ਲਿਆ, ਦੁਨਿਆਵੀ ਚੀਜ਼ਾਂ 'ਚੋਂ ਮਿਲਣ ਵਾਲਾ ਆਨੰਦ ਉਹਨੂੰ ਫਿਰ ਫਿੱਕਾ ਲੱਗਣ ਲੱਗ ਜਾਂਦਾ ਹੈ। ਇਹੀ ਇਹਨਾਂ ਦੋ ਪੰਕਤੀਆਂ ਦਾ ਭਾਵ ਹੈ। ਨਾਮ ਤੇਰਾ ਰਹੈ ਮਨ ਰਾਤਾ, ਇਹੋ ਕਲਿਆਣ ਨਾਨਕ ਕਰ ਜਾਤਾ। ਅਗਲਾ ਜੋ ਸ਼ਬਦ ਹੈ ਉਸ ਦੇ ਵਿੱਚ ਗੁਰੂ ਜੀ ਆਪਣੀ ਜੀਵ ਦੇ ਨਾਲ ਵਾਰਤਾਲਾਪ ਕਰ ਰਹੇ ਨੇ, ਤੇ ਸ਼ਾਇਦ ਸਾਨੂੰ ਵੀ ਕਦੇ ਨਾ ਕਦੇ ਇਹ ਵਾਰਤਾਲਾਪ ਕਰ ਲੈਣੀ ਚਾਹੀਦੀ ਹੈ। ਗੌੜੀ ਗੁਆਰਰੀ ਮਹਿਲਾ ਪੰਜਵਾਂ। ਆਨ ਰਸਾ ਜੇਤੇ ਤੈ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ। ਕਹਿੰਦੇ ਹੇ ਮੇਰੀਏ ਜੀਭੇ, ਤੂੰ ਅੱਜ ਤੱਕ ਬੜੇ ਹੀ ਅਨੇਕਾਂ ਹੀ ਰਸ ਚੱਖੇ ਨੇ, ਤੇ ਜਿੰਨੇ ਵੀ ਤੂੰ ਇਹ ਰਸ ਚੱਖੇ ਨੇ ਇਹਨਾਂ ਦੇ ਨਾਲ ਤੇਰੀ ਜੋ ਤ੍ਰਿਸ਼ਨਾ ਹੈ ਉਹ ਇੱਕ ਨਿਮਖ ਜਿੰਨੀ ਵੀ, ਅੱਖ ਨੂੰ ਝਪਕਣ ਦੇ ਸਮੇਂ ਜਿੰਨੀ ਦੇਰ ਲਈ ਵੀ ਪੂਰੀ ਨਹੀਂ ਹੋਈ। ਭਾਵ ਕਿ ਤੂੰ ਇੱਕ ਰਸ ਦਾ ਆਨੰਦ ਮਾਣਦੀ ਹੈ ਤੇ ਨਾਲ ਦੀ ਨਾਲ ਹੀ ਦੂਜੇ ਰਸ ਦਾ ਆਨੰਦ ਮਾਣਨ ਦੀ ਚਾਹ ਤੇਰੇ ਦਿਲ ਦੇ ਅੰਦਰ ਪੈਦਾ ਹੋ ਜਾਂਦੀ ਹੈ। ਜੋ ਪਹਿਲਾ ਮਾਣਿਆ ਹੈ ਉਹਦਾ ਆਨੰਦ ਇੱਕ ਨਿਮਕ ਭਰ ਲਈ ਵੀ ਕਾਇਮ ਨਹੀਂ ਰਹਿੰਦਾ। ਹਰ ਰਸ ਕਾ ਤੂੰ ਚਾਖੇ ਸਵਾਦ, ਚਾਖਤ ਹੋਏ ਰਹੇ ਵਿਸਮਾਦ। ਇਸ ਲਈ ਕਦੇ ਪਰਮਾਤਮਾ ਦੇ ਨਾਮ ਰਸ ਦਾ ਸਵਾਦ ਮਾਣ ਕੇ ਵੇਖ। ਜੇ ਤੂੰ ਪਰਮਾਤਮਾ ਦੇ ਨਾਮ ਰਸ ਦਾ ਸਵਾਦ ਮਾਣ ਲਵੇਂ ਤਾਂ ਮੇਰਾ ਯਕੀਨ ਮੰਨੀ ਕਿ ਉਹਦਾ ਸਵਾਦ ਚੱਖਦੇ ਹੀ ਤੂੰ ਵਿਸਮਾਦ ਹੋ ਜਾਏਂਗੀ, ਮਸਤ ਹੋ ਜਾਏਂਗੀ, ਤ੍ਰਿਪਤ ਹੋ ਜਾਏਂਗੀ। ਅੰਮ੍ਰਿਤ ਰਸ ਨਾ ਪੀਓ ਪਿਆਰੀ, ਇਹ ਰਸ ਰਾਤੀ ਹੋਏ ਤ੍ਰਿਪਤਾਰੀ ਰਹਾਓ। ਹੇ ਮੇਰੀ ਜੀਵ, ਮੇਰੀ ਰਸਨਾ, ਅੰਮ੍ਰਿਤ ਦਾ ਰਸ ਮਾਣ, ਪਰਮਾਤਮਾ ਦੇ ਨਾਮ ਅੰਮ੍ਰਿਤ ਨੂੰ ਪੀ। ਇਹ ਰਸ ਦੇ ਵਿੱਚ ਜਿਹੜੀ ਜੀਵ ਰੰਗੀ ਗਈ ਉਹ ਸਦਾ ਦੇ ਲਈ ਤ੍ਰਿਪਤ ਹੋ ਜਾਂਦੀ ਹੈ। ਸਾਨੂੰ ਵੀ ਕਿਤੇ ਨਾ ਕਿਤੇ ਆਪਣੀ ਜ਼ਿੰਦਗੀ ਦੇ ਵਿੱਚ ਝਾਤੀ ਮਾਰਨੀ ਚਾਹੀਦੀ ਹੈ ਕਿ ਅਸੀਂ ਕਿਸ ਪ੍ਰਕਾਰ ਦੇ ਵੱਖ-ਵੱਖ ਸਵਾਦ ਲੋਚਦੇ ਹਾਂ, ਤੇ ਉਹਨਾਂ ਨੂੰ ਪ੍ਰਾਪਤ ਕਰ ਲੈਣ ਤੋਂ ਬਾਅਦ ਸਾਡਾ ਕਿਸ ਪ੍ਰਕਾਰ ਦਾ ਰਿਐਕਸ਼ਨ ਹੁੰਦਾ ਹੈ, ਅਸੀਂ ਕਿੱਦਾਂ ਦਾ ਮਹਿਸੂਸ ਕਰਦੇ ਹਾਂ। ਜੇਕਰ ਅਸੀਂ ਇਸ ਗੱਲ ਦੇ ਉੱਪਰ ਝਾਤੀ ਮਾਰੀਏ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਯੋਗ ਇੱਕ ਬਹੁਤ ਵੱਡੀ ਸਿੱਖਿਆ ਸਾਨੂੰ ਮਿਲ ਸਕਦੀ ਹੈ। ਹੇ ਜਿਹਵੇ ਤੂੰ ਰਾਮ ਗੁਣ ਗਾਓ, ਨਿਮਖ ਨਿਮਖ ਹਰ 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 ਧਿਆਓ। ਹੇ ਮੇਰੀ ਜੀਵ, ਤੂੰ ਉਸ ਪਰਮਾਤਮਾ ਦੇ ਗੁਣ ਗਾ, ਹਰ ਪਲ ਉਸ ਪਰਮਾਤਮਾ ਦਾ ਨਾਮ ਧਿਆ। ਆਨ ਨਾ ਸੁਣੀਐ ਕਤਹੂੰ ਜਾਈਐ। ਪਰਮਾਤਮਾ ਦੇ ਨਾਮ ਤੋਂ ਬਿਨਾ, ਪਰਮਾਤਮਾ ਦੇ ਗੁਣ ਗਾਣ ਤੋਂ ਬਿਨਾ ਤੂੰ ਹੋਰ ਕੁਝ ਵੀ ਮਾੜਾ ਬੋਲ ਨਾ ਸੁਣ, ਤੇ ਸਾਧ ਸੰਗਤ ਤੋਂ ਬਿਨਾ ਵਿਕਾਰ ਪੈਦਾ ਕਰਨ ਵਾਲੀਆਂ ਥਾਵਾਂ ਦੇ ਉੱਤੇ ਨਾ ਜਾ। ਸਾਧ ਸੰਗਤ ਵਡਭਾਗੀ ਪਾਈ ਹੈ, ਪਰ ਜੋ ਸਾਧ ਸੰਗਤ ਹੈ ਉਹ ਵੱਡੇ ਭਾਗਾਂ ਦੇ ਨਾਲ ਹੀ ਮਿਲਦੀ ਹੈ। ਆਠ ਪਹਿਰ ਜਿਹਵੇ ਆਰਾਧ, ਪਾਰ ਬ੍ਰਹਮ ਠਾਕੁਰ ਆਗਾਧ। ਉਹ ਪਰਮਾਤਮਾ ਜਿਹੜਾ ਕਿ ਪਾਰ ਬ੍ਰਹਮ ਹੈ, ਮਾਲਕ ਹੈ, ਅਗਾਧ ਭਾਵ ਕਿ ਅਥਾਹ ਹੈ। ਹੇ ਮੇਰੀ ਜੀਵ, ਅੱਠੇ ਪਹਿਰ ਉਸ ਪਰਮਾਤਮਾ ਨੂੰ ਆਰਾਧ, ਉਹਦਾ ਸਿਮਰਨ ਕਰ। ਇਹਾ ਊਹਾ ਸਦਾ ਸੁਹੇਲੀ, ਹਰ ਗੁਣ ਗਾਵਤ ਰਸਨ ਅਮੋਲੀ। ਪਰਮਾਤਮਾ ਦੇ ਗੁਣ ਗਾਇਆ ਜੋ ਸਾਡੀ ਰਸਨਾ ਹੈ, ਜੀਵ ਹੈ, ਉਹ ਅਮੋਲੀ ਹੋ ਜਾਂਦੀ ਹੈ, ਉਹਦੀ ਕੀਮਤ ਨਹੀਂ ਰਹਿੰਦੀ ਕੋਈ, ਉਹ ਬਹੁ ਕੀਮਤੀ ਬਣ ਜਾਂਦੀ ਹੈ। ਤੇ ਅਜਿਹੀ ਜੀਵ ਜਾਂ ਅਜਿਹਾ ਜੋ ਸਿਮਰਨ ਹੈ ਉਹ ਇਸ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਸਦਾ ਸਾਡੀ ਸਹੇਲੀ ਬਣਦੀ ਹੈ।
ਸਾਡੀ ਸਾਥੀਦਾਰ ਬਣਦੀ ਹੈ। ਬਨਸਪਤ ਮੌਲੀ ਫਲ ਫੁੱਲ ਪੇੜੇ, ਇਹ ਰਸ ਰਾਤੀ ਬਹੁਰ ਨਾ ਛੋਡੇ। ਪਰਮਾਤਮਾ ਦੀ ਬਣਾਈ ਹੋਈ ਬਨਸਪਤੀ, ਫੁੱਲ, ਫਲ ਅਤੇ ਪੇੜ ਖਿੜੇ ਰਹਿੰਦੇ ਹਨ, ਬੜੇ ਸੁੰਦਰ ਵੀ ਲੱਗਦੇ ਹਨ। ਪਰ ਜਿਹੜੀ ਜੀਵ ਇਹ ਰਸ ਰਾਤੀ ਬਹੁਰ ਨਾ ਛੋਡੇ, ਜਿਹੜੀ ਜੀਵ ਨੂੰ ਪਰਮਾਤਮਾ ਦੇ ਨਾਮ ਰਸ ਦਾ ਸਵਾਦ ਪੈ ਜਾਵੇ, ਉਹ ਇਹਨਾਂ ਫੁੱਲ ਫਲਾਂ ਦੇ ਸਵਾਦ ਦੇ ਲਈ ਪਰਮਾਤਮਾ ਦਾ ਜੋ ਨਾਮ ਰਸ ਦਾ ਸਵਾਦ ਹੈ ਉਹਨੂੰ ਨਹੀਂ ਛੱਡਦੀ। ਇਹ ਰਸ ਰਾਤੀ ਬਹੁਰ ਨਾ ਛੋਡੈ, ਆਨ ਨਾ ਰਸ ਕਸ ਲਵੈ ਨਾ ਲਾਈ, ਕਹੋ ਨਾਨਕ ਗੁਰ ਭਏ ਹੈ ਸਹਾਈ। ਹੇ ਨਾਨਕ, ਇਹ ਆਖ ਕਿ ਜਿਹੜੇ ਮਨੁੱਖ ਦਾ ਸਹਾਈ ਸਤਿਗੁਰੂ ਬਣਦਾ ਹੈ, ਜਿਹੜੇ ਮਨੁੱਖ ਦਾ ਸਾਥ ਸਤਿਗੁਰੂ ਦਿੰਦਾ ਹੈ, ਉਹਦੀਆਂ ਨਜ਼ਰਾਂ ਦੇ ਵਿੱਚ ਪਰਮਾਤਮਾ ਦੇ ਨਾਮ ਤੋਂ ਉੱਚੇ ਹੋਰ ਕਿਸੇ ਵੀ ਕਿਸਮ ਦੇ ਰਸ ਨਹੀਂ ਹੋ ਸਕਦੇ। ਜੋ ਦੁਨਿਆਵੀ ਰਸ ਨੇ ਜਿਨ੍ਹਾਂ ਦਾ ਆਨੰਦ ਉਹ ਮਾਣਦਾ ਹੈ, ਉਹਨਾਂ ਦਾ ਆਨੰਦ ਪਰਮਾਤਮਾ ਦੇ ਨਾਮ ਰਸ ਦੇ ਆਨੰਦ ਤੋਂ ਉੱਪਰ ਨਹੀਂ ਹੋ ਸਕਦਾ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 180ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਬੜੀ ਹੀ ਸਿੰਪਲ ਜਹੀ ਸਰਲ ਜਹੀ ਬਾਣੀ ਸੀ ਇਸ ਅੰਗ ਦੇ ਉੱਪਰ ਵਿਰਾਜਮਾਨ, ਤੇ ਬੜੀਆਂ ਹੀ ਸਿੱਧੀਆਂ ਜਿਹੀਆਂ ਗੱਲਾਂ ਸਨ ਕਿ ਕਿਸ ਪ੍ਰਕਾਰ ਅਸੀਂ ਆਪਣੇ ਆਪ ਦੇ ਅੰਦਰ ਵੀ ਝਾਤੀ ਮਾਰਨੀ ਹੈ, ਆਪਣੇ ਆਪ ਦਾ ਵਿਸ਼ਲੇਸ਼ਣ ਕਰਨਾ ਹੈ ਕਿ ਅਸੀਂ ਕਿਹੜੇ ਪ੍ਰਕਾਰ ਦੇ ਆਨੰਦਾਂ ਦੇ ਵਿੱਚ ਰੁੱਝੇ ਹੋਏ ਹਾਂ। ਗੁਰੂ ਜੀ ਨੇ ਬੜੇ ਹੀ ਵਧੀਆ ਤਰੀਕਿਆਂ ਦੇ ਨਾਲ ਦੁਨਿਆਵੀ ਸਵਾਦਾਂ ਅਤੇ ਪਰਮਾਤਮਾ ਦੇ ਨਾਮ ਰਸ ਦੇ ਸਵਾਦ ਦੇ ਵਿਚਲਾ ਫਰਕ ਦੱਸਿਆ ਹੈ ਕਿ ਕਿਵੇਂ ਜਿਹੜੇ ਦੁਨਿਆਵੀ ਸਵਾਦ ਨੇ ਉਹ ਅਸਥਾਈ ਨੇ, ਤੇ ਜਿਹੜਾ ਪਰਮਾਤਮਾ ਦਾ ਨਾਮ ਰਸ ਦਾ ਸਵਾਦ ਹੈ ਉਹ ਸਥਾਈ ਹੈ, ਸਦਾ ਨਾਲ ਰਹਿੰਦਾ ਹੈ। ਦੁਨਿਆਵੀ ਰਸ ਜਦੋਂ ਅਸੀਂ ਮਾਣਦੇ ਹਾਂ ਤਾਂ ਇੱਕ ਰਸ ਮਾਣ ਕੇ ਦੂਜੇ ਦੀ ਤਾਂਘ ਦਿਲ ਦੇ ਵਿੱਚ ਪੈਦਾ ਹੋ ਜਾਂਦੀ ਹੈ, ਤੇ ਪਰਮਾਤਮਾ ਦਾ ਨਾਮ ਰਸ ਜਦੋਂ ਅਸੀਂ ਮਾਣਦੇ ਹਾਂ ਤਾਂ ਸਾਡਾ ਮਨ ਤ੍ਰਿਪਤ ਹੋ ਜਾਂਦਾ ਹੈ। ਉਹ ਤੋਂ ਬਾਅਦ ਕਿਸੇ ਹੋਰ ਤਰ੍ਹਾਂ ਦੇ ਰਸਾਂ ਦਾ ਸਵਾਦ ਲੈਣ ਦੀ ਜੋ ਤਾਂਘ ਹੈ ਮਨ ਦੇ ਵਿੱਚ ਨਹੀਂ ਰਹਿੰਦੀ। ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਬੜੀ ਹੀ ਵਧੀਆ ਸਮਝ ਆ ਗਈ ਹੋਵੇਗੀ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਅੱਗੇ ਲੋਕਾਂ ਦੇ ਤੱਕ ਜ਼ਰੂਰ ਸ਼ੇਅਰ ਕਰ ਦਿਓ। ਵੀਡੀਓ ਨੂੰ ਅੰਤ ਤੱਕ ਵੇਖਣ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਇੱਥੇ ਹੀ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।